ਜਿਹੜੇ SHO ਨੇ ਉੱਥੋਂ ਦੇ ਉਹਨਾਂ ਦੀ ਇਹ ਸਟੇਟਮੈਂਟ ਹੈ, ਉਹਨਾਂ ਦਾ ਇਹ ਬਿਆਨ ਹੈ। ਸਥਾਨਕ SHO ਕਹਿ ਰਹੇ ਨੇ ਕਿ ਉਹ ਦਹਿਸ਼ਤਗਰਦ ਨੇ ਜਾਂ ਗੈਂਗਸਟਰ ਨੇ, ਫਿਲਹਾਲ ਇਹ ਸਪਸ਼ਟ नहीं है क्योंकि इस बारे जो भी अधिकारित बयान है, जो भी ऑफिशियल स्टेटमेंट्स ने वो बाद दे विच पुलिस के सीनियर अधिकारी दिंदे ने। पर स्थानक SHO ने जिन्नी क गल दसी उन्हां दे मुताबिक कि हले ऑपरेशन जिहड़ा है वो चल रहा है और दहशतगर्द ने या गैंगस्टर ने फिलहाल स्पष्ट नहीं है। वैसे भी अज दे तरीक दे विच जिस तरीके नाल गैंगस्टर गतिविधियां नूं अंजाम दे रहे ने, सूबे दे विच ਜਿਹੜੀਆਂ गैर कानूनी गतिविधियां नूं अंजाम दे रहे ने, ਤਾਂ ਉਹ गतिविधियां लगभग दहशतगर्दी वालियां ही ने। पिछले दिनी मोहाली दे विच RPG अटैक होया इंटैलीजेंस दे ऑफिस ते, ਉਹ ਵੀ ਇੱਕ दहशतगर्दी कार्रवाई सी, पर उस दे विच गैंगस्टर कनैक्शन ਜਿਹੜਾ ਸੀ ਉਹ ਜੁੜਿਆ ਹੋਇਆ ਸੀ क्योंकि गैंगस्टरां दे जरिए ही उस कार्रवाई नूं अंजाम दिता गया है। खुद पुलिस ने खुलासा किया, यानी गैंगस्टर ते दहशतगर्द आपस दे विच लगभग ਜਿਹੜਾ है उन्हां च बहुत बरीक लाइन हुण बची है और इक्को तरीके दीयां गतिविधियां सूबे दे विच चल रही ने। पिछले दिनी गौरव यादव पंजाब दे नवे DGP अहुदा संभालदे ही उन्होंने एक्शन दिखाया और ये बयान दिता कि अगले दिनों दे विच गैंगस्टरवाद तो पंजाब नूं असीं मुक्ति दिवावांगे। उसे दिन जीरकपुर दे विच एक एनकाउंटर हुंदा है जिस दे विच एक गैंगस्टर दी लत्त दे विच गोली वजदी है, जिहड़े फिरौती मंग रहे सी, क्योंकि ऐसा माहौल सिर्फ जीरकपुर नहीं पंजाब दे तकरीबन शहरां दे विच देखण नूं मिलिया जिथे ਉਹ ਫਿਰੌਤੀਆਂ ਮੰਗਣ ਆਏ ਸੀ। ਤੇ ਹੁਣ ਅੱਗੇ ਵੱਡੀ ਕਾਰਵਾਈ ਅੱਜ ਅੰਮ੍ਰਿਤਸਰ 'ਚ ਨਜ਼ਰ ਆ ਰਹੀ ਹੈ। SHO ਸੁਖਬੀਰ ਸਿੰਘ ਨੇ ਕੀ ਕਿਹਾ, ਇੱਕ ਵਾਰੀ ਸੁਣਾ ਦਿੰਨੇ ਆ। ਭਕਨਾ ਏਰੀਆ ਜੀ ਇੱਥੇ ਕੈਨੇਡਾ ਚ, ਹਾਂਜੀ ਉੱਥੇ ਕਰ ਰਹੇ ਜੀ। ਸਰ ਜੀ ਗੈਂਗਸਟਰ ਆ ਰਹੇ ਜਾਂ ਮਿਲੀਟੈਂਟ? ਨਹੀਂ ਅਜੇ ਕੁਝ ਨਹੀਂ ਕਲੀਅਰ ਜੀ ਇਹਦੇ ਬਾਰੇ। ਨਹੀਂ ਅਜੇ ਕੋਈ ਨਹੀਂ ਜੀ। ਹਾਂਜੀ ਆਪਰੇਸ਼ਨ ਚੱਲ ਰਿਹਾ ਜੀ। ਥੈਂਕ ਯੂ। ਭਕਨਾ ਏਰੀਆ ਜੀ ਇੱਥੇ ਕੈਨੇਡਾ ਚ, ਹਾਂਜੀ ਉੱਥੇ ਕਰ ਰਹੇ ਜੀ। ਸਰ ਜੀ ਗੈਂਗਸਟਰ ਆ ਰਹੇ ਜਾਂ ਮਿਲੀਟੈਂਟ? ਨਹੀਂ ਅਜੇ ਕੁਝ ਨਹੀਂ ਕਲੀਅਰ ਜੀ ਇਹਦੇ ਬਾਰੇ। ਨਹੀਂ ਅਜੇ ਕੋਈ ਨਹੀਂ ਜੀ। ਹਾਂਜੀ ਆਪਰੇਸ਼ਨ ਚੱਲ ਰਿਹਾ ਜੀ। ਥੈਂਕ ਯੂ। ਤਾਂ ਸਥਾਨਕ SHO ਜਾਣਕਾਰੀ ਦੇ ਰਹੇ ਸੀ ਕਿ ਹਲੇ ਅਸੀਂ ਕੁਝ ਨਹੀਂ ਕਹਿ ਸਕਦੇ, ਹਲੇ ਆਪਰੇਸ਼ਨ ਚੱਲ ਰਿਹਾ ਹੈ। यानी ਸਿੱਧੇ ਤੌਰ ਤੇ ਕਿਉਂਕਿ ਅਧਿਕਾਰਿਤ ਤੌਰ ਤੇ SHO ਜਿਹੜਾ ਹੈ ਇਸ ਬਾਬਤ ਬਿਆਨ ਨਹੀਂ ਦੇ ਸਕਦੇ, ਜਾਂ ਪੰਜਾਬ ਦੇ ਜਿਹੜੇ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ, ਸੀਨੀਅਰ ਅਫੀਸ਼ੀਅਲ ਨੇ, ਉਹੀ ਜਦੋਂ ਆਪਰੇਸ਼ਨ ਕੰਪਲੀਟ ਹੋ ਜਾਂਦਾ ਉਸ ਤੋਂ ਬਾਅਦ ਜਾਣਕਾਰੀ ਦਿੰਦੇ ਨੇ। ਇਹ ਵੀ ਇੱਕ ਪੁਲਿਸ ਦਾ ਪ੍ਰੋਟੋਕੋਲ ਹੈ ਜਾਂ ਪੁਲਿਸ ਦਾ ਕੰਮ ਕਰਨ ਦਾ ਤਰੀਕਾ ਹੁੰਦਾ ਹੈ। ਸੋ ਅਸੀਂ ਤਸਵੀਰਾਂ ਲਗਾਤਾਰ ਦਿਖਾ ਰਹੇ ਹਾਂ। ਇਹ ਖੇਤਾਂ ਦੇ ਵਿੱਚ ਜਗ੍ਹਾ ਹੈ, ਇੱਕ ਘਰ ਹੈ ਜਿਹੜਾ ਬੰਦ ਪਿਆ ਸੀ। ਰਾਜੀਵ ਸ਼ਰਮਾ ਜਿਵੇਂ ਦੱਸ ਰਹੇ ਸੀ, ਫਿਰ ਜੁੜ ਗਏ ਨੇ ਰਾਜੀਵ ਆਪਾਂ ਜਿਹੜਾ ਜ਼ਿਕਰ ਕਰ ਰਹੇ ਸੀ, SHO ਕਹਿ ਰਹੇ ਨੇ ਕਿ ਗੈਂਗਸਟਰ ਨੇ ਜਾਂ ਦਹਿਸ਼ਤਗਰਦ ਨੇ, ਹਲੇ ਕੁਝ ਨਹੀਂ ਪਤਾ, ਪਰ ਬੜੀ ਬਰੀਕ ਲਾਈਨ ਬਚੀ ਹੈ ਇਸ ਵੇਲੇ। ਜੇ ਆਪਾਂ ਦਹਿਸ਼ਤਗਰਦ ਨੂੰ ਜਾਂ ਗੈਂਗਸਟਰ ਨੂੰ ਡਿਫਾਈਨ ਕਰੀਏ ਤਾਂ ਬੜੀ ਬਰੀਕ ਲਾਈਨ ਬਚੀ ਹੈ। ਅੱਜ ਕੱਲ੍ਹ ਗੈਂਗਸਟਰ ਵੀ ਸਰਹੱਦ ਪਾਰੋਂ ਹਥਿਆਰ ਮੰਗਵਾਉਂਦੇ ਨੇ, ਇਹ ਪੁਲਿਸ ਦੇ ਸੋਰਸਿਸ ਦੱਸਦੇ ਨੇ, और उसे तरीके नाल गतिविधियां नूं अंजाम दिंदे ने। पिछले दिनी मोहाली दे विच RPG अटैक होया इंटैलीजेंस ऑफिस ते उन्होंने लॉन्चर दे नाल फायर किया। सो वो भी एक दहशतगर्दी कार्रवाई सी, भावें उस दे विच गैंगस्टर इनवॉल्व सी। तां हुण लगभग एक ही लाइन ते चल रहे ने, गैंगस्टर होण या दहशतगर्द होण। बिल्कुल विजय, यही मैं गल समझाने की कोशिश कर रहा कि भावें इदां दे नाल गैंगस्टर शब्द जोड़ लीए या बदमाश, पर ਜਿਹੜੀ ਇਹਨਾਂ ਦੀ ਰਣਨੀਤੀ ਹੈ ਇਹ ਉਸੇ ਹੀ ਕਾਲੇ ਦੌਰ ਵਾਲੀ ਹੀ ਹੈ। ਕਿਉਂਕਿ ਉਸ ਵੇਲੇ ਵੀ ਜਿਹੜੇ ਹਥਿਆਰਾਂ ਦਾ ਜ਼ਿਕਰ ਹੁੰਦਾ ਸੀ ਕਿ ਪਾਕਿਸਤਾਨ ਵਾਲੇ ਪਾਸਿਓਂ AK-47 ਰਾਕਟ ਲਾਂਚਰ ਜਾਂ ਹੋਰ ਜਿਹੜੇ ਹਥਿਆਰ ਨੇ, ਕਿਉਂਕਿ ਅਸੀਂ ਅਕਸਰ ਕਿਤਾਬਾਂ ਦੇ ਵਿੱਚ ਜਾਂ ਉਸ ਦੌਰ ਦੀਆਂ ਜਦੋਂ ਕਹਾਣੀਆਂ ਪੜ੍ਹਦੇ ਹਾਂ ਤਾਂ ਇਹ ਚੀਜ਼ਾਂ ਪਤਾ ਲੱਗਦੀਆਂ ਨੇ। ਪਰ ਅੱਜ ਵੀ ਉਸੇ ਤਰੀਕੇ ਦੇ ਨਾਲ, ਔਰ ਇਸ ਦੇ ਵਿੱਚ ਜੇਕਰ ਮੈਂ ਜ਼ਿਕਰ ਕਰਾਂ ਕਿ ਪਹਿਲਾਂ ਟੈਰਰਿਜ਼ਮ ਤੋਂ ਬਾਅਦ ਇੱਕ ਨਾਰਕੋ ਟੈਰਰਿਜ਼ਮ ਦਾ ਜ਼ਿਕਰ ਹੋਇਆ ਸੀ ਕਿ ਜਿਹੜਾ ਪੰਜਾਬ ਨੂੰ ਸਭ ਤੋਂ ਪਹਿਲਾਂ ਨਸ਼ੇ ਦੀ ਦਲਦਲ ਦੇ ਵਿੱਚ ਧੱਕਣ ਦੀ ਕੋਸ਼ਿਸ਼ ਕੀਤੀ ਗਈ। ਉਸ ਤੋਂ ਬਾਅਦ ਹੌਲੀ ਹੌਲੀ ਜਦੋਂ ਨਸ਼ੇ ਦੀ ਖੇਪ ਭੇਜੀ ਜਾਂਦੀ ਸੀ, ਉਸ ਦੇ ਨਾਲ ਇੱਕ ਚਾਈਨੀਜ਼ ਜਾਂ ਇੱਕ ਵਿਦੇਸ਼ੀ ਪਿਸਟਲ ਜਾਂ ਇੱਕ ਵਧੀਆ ਵੈਪਨ ਜੋ ਹੈ ਉਹ ਦਿੱਤਾ ਜਾਂਦਾ ਸੀ ਗਿਫਟ ਦੇ ਤੌਰ ਤੇ। ਤਾਂ ਹੌਲੀ ਹੌਲੀ ਉਹ ਸਿਲਸਿਲਾ ਸ਼ੁਰੂ ਹੁੰਦਾ ਹੁਣ ਇਹਨਾਂ ਹਾਲਾਤਾਂ ਤੱਕ ਪਹੁੰਚ ਚੁੱਕਿਆ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਪੁਲਿਸ ਆਪਣੇ ਹੀ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਗ੍ਰਿਫਤਾਰ ਕਰਨ ਦੇ ਲਈ ਜਦੋਜਹਿਦ ਕਰਨੀ ਪੈਂਦੀ ਹੈ ਜਾਂ ਫਿਰ ਅਜਿਹੇ ਐਨਕਾਊਂਟਰ ਤੱਕ ਨੌਬਤ ਜਿਹੜੀ ਹੈ ਉਹ ਪਹੁੰਚ ਚੁੱਕੀ ਹੈ। ਤਾਂ ਇੱਕ ਵਾਰ ਤਸਵੀਰ ਮੈਂ ਫਿਰ ਦਿਖਾ ਦਿਆਂ ਕਿ ਅਸੀਂ ਅੰਮ੍ਰਿਤਸਰ ਦਾ ਜੋ ਮਾਝਾ ਖੇਤਰ ਦੇ ਵਿੱਚ ਗੁਰੂ ਨਗਰੀ ਅੰਮ੍ਰਿਤਸਰ, ਗੁਰੂ ਨਗਰੀ ਦਾ ਜਦੋਂ ਜ਼ਿਕਰ ਕੀਤਾ ਜਾਂਦਾ ਤਾਂ ਹਰ ਕੋਈ ਇਸੇ ਇੱਕ ਆਸਥਾ ਦੇ ਨਾਲ ਆਉਂਦਾ। ਤਾਂ ਆਸਥਾ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਹੀ
ਮੱਥਾ ਟੇਕਣ ਵੇਲੇ ਪੰਜਾਬ ਦੇ ਡੀਜੀਪੀ ਜੋ ਗੌਰਵ ਯਾਦਵ ਨੇ ਉਹਨਾਂ ਨੇ ਇੱਕ ਵੱਡਾ ਐਲਾਨ ਕੀਤਾ ਸੀ। ਸਭ ਤੋਂ ਪਹਿਲਾਂ ਨਿਊਜ਼ 18 ਨੇ ਉਸ ਖਬਰ ਨੂੰ ਨਸ਼ਰ ਕੀਤਾ ਸੀ ਕਿ ਪੰਜਾਬ ਦੇ ਵਿੱਚ ਗੈਂਗਸਟਰਾਂ ਦਾ ਜਿਹੜਾ ਨਾਮ ਨਿਸ਼ਾਨ ਹੈ ਉਸ ਨੂੰ ਖਤਮ ਕਰ ਦਿੱਤਾ ਜਾਏਗਾ। ਤਾਂ ਉਹਨਾਂ ਨੇ ਨਾਲ ਦੀ ਨਾਲ ਇਸ਼ਾਰਾ ਵੀ ਕੀਤਾ ਸੀ, ਜਦੋਂ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਬਹੁਤ ਜਲਦ ਰਿਜ਼ਲਟ ਦੇਖਣ ਨੂੰ ਮਿਲੇਗਾ। ਤਾਂ ਕੀ ਉਹਨਾਂ ਦਾ ਇਸ਼ਾਰਾ ਅਜਿਹੀਆਂ ਕਾਰਵਾਈਆਂ ਵਾਲੇ ਪਾਸੇ ਸੀ? ਇੱਕ ਵਾਰ ਤੁਸੀਂ ਦੇਖ ਸਕਦੇ ਹੋ ਫਾਇਰਿੰਗ ਦੀ ਆਵਾਜ਼ ਲਗਾਤਾਰ ਸੁਣਾਈ ਦੇ ਰਹੀ ਹੈ। ਉਹ ਸਾਹਮਣੇ ਜੋ ਘਰ ਹੈ, ਤਾਂ ਇੱਥੇ ਮੈਂ ਵੀ ਦੱਸਣਾ ਚਾਹੁੰਦਾ ਕਿ ਘਰ ਦੇ ਠੀਕ ਨਾਲ ਮੱਕੀ ਦੀ ਫਸਲ ਹੈ। ਪਹਿਲਾਂ ਇਹ ਵੀ ਖਦਸ਼ਾ ਜਤਾਇਆ ਜਾ ਰਿਹਾ ਸੀ ਕਿ ਇਹ ਜਿਹੜੇ ਗੈਂਗਸਟਰ ਨੇ ਇਹ ਮੱਕੀ ਦੀ ਜੋ ਫਸਲ ਹੈ ਉਸ ਦੀ ਆੜ ਦੇ ਵਿੱਚ ਵੀ ਭੱਜਣ ਦੀ ਕੋਸ਼ਿਸ਼ ਕਰ ਸਕਦੇ ਨੇ। ਹਾਲਾਂਕਿ ਆਸ-ਪਾਸ ਜਿੰਨੇ ਵੀ ਖੇਤ ਨੇ ਉੱਥੇ ਝੋਨੇ ਦੀ ਬਿਜਾਈ ਕੀਤੀ ਗਈ ਹੈ, ਤਾਂ ਕੁਝ ਰਕਬਾ ਜਿਹੜਾ ਉੱਥੇ ਜੋ ਹੈ ਮੱਕੀ ਦੀ ਫਸਲ ਤੁਹਾਨੂੰ ਨਜ਼ਰ ਆ ਰਹੀ ਹੈ ਬਿਲਕੁਲ ਉਸ ਘਰ ਦੇ ਬਿਲਕੁਲ ਨਾਲ ਜਾਂ ਫਿਰ ਉਸ ਘਰ ਦੇ ਸਾਹਮਣੇ। ਤਾਂ ਉੱਥੇ ਇਸ ਵੇਲੇ ਪੁਲਿਸ ਦੀ ਕਾਰਵਾਈ ਜਾਰੀ ਹੈ। ਬਖਤਰਬੰਦ ਗੱਡੀਆਂ ਪੁਲਿਸ ਦੀਆਂ ਮੌਕੇ ਤੇ ਮੌਜੂਦ ਨੇ। ਐਂਬੂਲੈਂਸ ਦਾ ਜੇ ਜ਼ਿਕਰ ਕਰੀਏ ਉਹ ਵੀ ਮੌਕੇ ਤੇ ਬੁਲਾਈਆਂ ਗਈਆਂ। ਕੁਝ ਦੇਰ ਪਹਿਲਾਂ ਇੱਕ ਜਿਹੜਾ ਅਸੀਂ ਦੱਸਿਆ ਕਿ ਇੱਕ ਸਾਡਾ ਜਿਹੜਾ ਇੱਕ ਨਿਊਜ਼ ਚੈਨਲ ਦਾ ਕੈਮਰਾਮੈਨ ਸੀ, ਉਸਦੇ ਪੈਰ ਦੇ ਉੱਪਰ ਸ਼ਰਰੇ ਜਿਹੜੇ ਨੇ ਉਹ ਲੱਗੇ ਨੇ। ਤਾਂ ਜਿਹੜੇ ਫਾਇਰ ਕੀਤੇ ਜਾ ਰਹੇ ਨੇ ਉਹਨਾਂ ਦੇ ਸ਼ਰਰੇ ਇੰਨੀ ਦੂਰ ਦੂਰ ਤੱਕ ਪਹੁੰਚ ਰਹੇ ਨੇ, ਕਿਉਂਕਿ ਇਹ ਅੰਦਾਜ਼ਾ ਕੋਈ ਵੀ ਨਹੀਂ ਲਗਾ ਸਕਦਾ ਕਿ ਆਖਿਰਕਾਰ ਜੇਕਰ ਪੁਲਿਸ ਤੋਂ ਇਲਾਵਾ ਉਸ ਘਰ ਦੇ ਵਿੱਚੋਂ ਕੋਈ ਫਾਇਰ ਕਰਦਾ ਹੈ ਤਾਂ ਉਸ ਫਾਇਰ ਦੀ ਡਾਇਰੈਕਸ਼ਨ ਕੀ ਹੋ ਸਕਦੀ। ਇਸ ਕਰਕੇ ਹਰ ਕਿਸੇ ਨੂੰ ਇਹ ਤੋਂ ਹਟਣ ਦੇ ਲਈ ਕਿਹਾ ਗਿਆ ਸੀ। ਤਾਂ ਕੁਝ ਦੇਰ ਪਹਿਲਾਂ ਜਿਹੜੀਆਂ ਉਹ ਵੀ ਤਸਵੀਰਾਂ ਅਸੀਂ ਦਿਖਾਈਆਂ ਕਿ ਘਰ ਦੇ ਉੱਪਰ ਜਦੋਂ ਇੱਕ ਫਾਇਰ ਕੀਤਾ ਜਾਂਦਾ ਤਾਂ ਦੀਵਾਰਾਂ ਦੇ ਵਿੱਚੋਂ ਧੂਆਂ ਨਿਕਲਦਾ ਹੋਇਆ ਨਜ਼ਰ ਆ ਰਿਹਾ ਸੀ, ਪਰ ਉਸ ਤੋਂ ਬਾਅਦ ਇੱਕਦਮ ਫਾਇਰ ਜਿਹੜਾ ਤਾਂ ਜਿਹੜੇ ਫਾਇਰ ਨੇ ਉਹ ਦੋ ਤਰ੍ਹਾਂ ਦੀ ਆਵਾਜ਼ ਆ ਰਹੀ, ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਇੱਕ ਜਿਹੜਾ ਫਾਇਰ ਹੈ ਉਹ ਪੁਲਿਸ ਵਾਲੇ ਪਾਸਿਓਂ ਕੀਤਾ ਜਾਂਦਾ। ਤਾਂ ਇੱਕ ਵਾਰ ਫਿਰ ਆਵਾਜ਼ ਜਿਹੜੀ ਆ ਰਹੀ ਹੈ ਸਾਹਮਣੇ ਧੂਏ ਦੀਆਂ ਤੁਸੀਂ ਤਸਵੀਰਾਂ ਵੀ ਦੇਖ ਸਕਦੇ। ਇੱਕ ਵਾਰ ਫਿਰ ਫਾਇਰਿੰਗ ਦੀ ਆਵਾਜ਼ ਜੋ ਹੈ ਉਹ ਸੁਣਨ ਦੀ ਕੋਸ਼ਿਸ਼ ਕਰਦੇ ਹਾਂ। ਫਿਲਹਾਲ ਜਿਹੜੀ ਗੋਲੀਬਾਰੀ ਹੈ ਉਹ ਥੰਮੀ ਹੋਈ ਹੈ। ਤਾਂ ਅਜਿਹੀ ਬਾਰ-ਬਾਰ ਜੋ ਹੈ ਉਹ ਦੇਖਣ ਨੂੰ ਮਿਲ ਰਿਹਾ ਕਿ ਕੁਝ ਦੇਰ ਦੇ ਲਈ ਫਾਇਰਿੰਗ ਜਿਹੜੀ ਹੈ ਉਹ ਰੋਕ ਦਿੱਤੀ ਜਾਂਦੀ ਹੈ, ਉਸ ਤੋਂ ਬਾਅਦ ਫਿਰ ਇੱਕਦਮ ਜਿਹੜੀ ਫਾਇਰਿੰਗ ਹੈ ਉਹ ਤੇਜ਼ ਕਰ ਦਿੱਤੀ ਜਾਂਦੀ ਹੈ। ਤਾਂ ਜਿਹੜੇ ਗੈਂਗਸਟਰ ਨੇ ਉਹਨਾਂ ਵੱਲੋਂ ਵੀ ਲਗਾਤਾਰ ਇਸ ਦਾ ਮਤਲਬ ਹੈ ਕਿ ਜਵਾਬੀ ਫਾਇਰ ਜਿਹੜਾ ਉਹ ਕੀਤਾ ਜਾ ਰਿਹਾ ਔਰ ਪੁਲਿਸ ਵੱਲੋਂ ਲਗਾਤਾਰ। ਤਾਂ ਇੱਕ ਵਾਰ ਫਿਰ ਤਸਵੀਰ ਦਿਖਾ ਦਿਆ ਕਿ ਪਹਿਲਾਂ ਜਿਹੜੀ ਇੱਕ ਬਖਤਰਬੰਦ ਗੱਡੀ ਅਸੀਂ ਦਿਖਾਈ ਸੀ ਉਸ ਦੇ ਠੀਕ ਅੱਗੇ ਚਿੱਟੇ ਰੰਗ ਦੀ ਬੁਲਟ ਪ੍ਰੂਫ ਗੱਡੀ ਨਜ਼ਰ ਆ ਰਹੀ ਹੈ। ਤਾਂ ਅਸੀਂ ਜਿਹੜਾ ਤੁਸੀਂ ਵਿਜੇ ਜ਼ਿਕਰ ਕਰ ਰਹੇ ਸੀ ਕਿ ਕਵਰ ਦਿੱਤਾ ਜਾ ਰਿਹਾ, ਤਾਂ ਇਹ ਹੁਣ ਜਿਹੜੀ ਪੁਲਿਸ ਦੀ ਪਲੈਨਿੰਗ ਹੈ ਕਿ ਪਹਿਲਾਂ ਕਿਸੇ ਹੋਰ ਡਾਇਰੈਕਸ਼ਨ ਤੋਂ ਫਾਇਰ ਕੀਤਾ ਜਾ ਰਿਹਾ ਸੀ, ਹੁਣ ਇਹ ਗੱਡੀਆਂ ਜਿਹੜੀਆਂ ਨੇ ਉੱਥੋਂ ਹਟਾ ਕੇ ਉਸ ਦੀ ਜਿਹੜੀ ਡਾਇਰੈਕਸ਼ਨ ਹੈ ਉਹ ਚੇਂਜ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਸ ਘਰ ਤੋਂ ਇਲਾਵਾ ਜਿੰਨੇ ਵੀ ਅਸੀਂ ਕਹਿ ਸਕਦੇ ਕਿ ਜਿਹੜਾ ਉਹ ਗੈਂਗਸਟਰ ਨੇ ਜਿਹੜਾ ਉਹਨਾਂ ਨੇ ਐਗਜ਼ਿਟ ਰੂਟ ਅਪਣਾਉਣਾ ਸੀ, ਉੱਥੇ ਵੀ ਪੁਲਿਸ ਦੀਆਂ ਗੱਡੀਆਂ ਤੈਨਾਤ ਨੇ। ਜੇਕਰ ਉਹ ਇਸ ਘਰ ਦੇ ਵਿੱਚੋਂ ਨਿਕਲ ਕੇ ਭੱਜਣ ਦੀ ਵੀ ਕੋਸ਼ਿਸ਼ ਕਰਦੇ ਨੇ ਤਾਂ ਪੁਲਿਸ ਦੀ ਅਸੀਂ ਕਹਿ ਸਕਦੇ ਕਿ ਉਹ ਗ੍ਰਿਫਤ ਤੋਂ ਕਿਸੇ ਵੀ ਕੀਮਤ ਤੇ ਭੱਜ ਨਹੀਂ ਸਕਦੇ। ਪੁਲਿਸ ਹਾਲਾਂਕਿ ਇੰਨਾ ਲੰਮਾ ਔਰ ਇੰਨਾ ਦੇਰ ਜਿਹੜਾ ਇਸ ਐਨਕਾਊਂਟਰ ਨੂੰ ਚਲਾਉਣ ਦੇ ਪਿੱਛੇ ਮਨਸ਼ਾ ਪੁਲਿਸ ਦੀ ਇੱਕੋ ਹੀ ਹੈ ਕਿ ਹਾਲੇ ਵੀ ਇਹ ਜਿਹੜੇ ਗੈਂਗਸਟਰ ਨੇ ਉਹ ਆਤਮ ਸਮਰਪਣ ਕਰਦੇ ਨੇ, ਯਾਨੀ ਕਿ ਖੁਦ ਨੂੰ ਪੁਲਿਸ ਦੇ ਹਵਾਲੇ ਕਰਦੇ ਨੇ, ਸਰੈਂਡਰ ਕਰਦੇ ਨੇ। ਪਰ ਜਿਸ ਤਰੀਕੇ ਦੇ ਨਾਲ ਉਹ ਲਗਾਤਾਰ ਫਾਇਰ ਕਰ ਰਹੇ ਨੇ ਤਾਂ ਉਸ ਤੋਂ ਸਪਸ਼ਟ ਹੈ ਕਿ ਉਹਨਾਂ ਦੀ ਮਨਸ਼ਾ ਕੁਝ ਹੋਰ ਹੈ। ਤਾਂ ਇਸ ਦੇ ਲਈ ਪੁਲਿਸ ਦੇ ਜਿਹੜੀਆਂ ਟੀਮਾਂ ਨੇ ਉਹ ਲਗਾਤਾਰ ਆਪਣੀ ਪਲੈਨਿੰਗ ਜਿਹੜੀ ਆ ਉਹ ਵੱਖ-ਵੱਖ ਸਮਿਆਂ ਤੇ ਉਸ ਨੂੰ ਬਦਲ ਕੇ ਲਗਾਤਾਰ ਫਾਇਰਿੰਗ ਜਿਹੜੀ ਉਹ ਕੀਤੀ ਜਾ ਰਹੀ। ਹੁਣ ਦੋ ਗੱਡੀਆਂ ਤੁਸੀਂ ਦੇਖ ਸਕਦੇ ਹੋ ਕਿ ਜੋ ਪਹਿਲਾਂ ਉਹਨਾਂ ਦੀ ਡਾਇਰੈਕਸ਼ਨ ਕੁਝ ਹੋਰ ਸੀ, ਹੁਣ ਉਹ ਬਿਲਕੁਲ ਨੇੜੇ ਉਹ ਗੱਡੀਆਂ ਦੋਨੋਂ ਆ ਚੁੱਕੀਆਂ ਨੇ। ਤਾਂ ਇਹ ਦੋਵੇਂ ਬੁਲਟ ਪ੍ਰੂਫ ਗੱਡੀਆਂ ਨੇ। ਇੱਕ ਬਖਤਰਬੰਦ ਗੱਡੀ ਹੈ ਜਿਹੜੀ ਜਿਸ ਤਰ੍ਹਾਂ ਆਮ ਤੌਰ ਤੇ ਅਸੀਂ ਆਰਮੀ ਜਾਂ ਹੋਰ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਨੇ ਉਹਨਾਂ ਦੇ ਕੋਲ ਦੇਖਦੇ ਹਾਂ, ਤਾਂ ਹੁਣ ਇਹ ਗੱਡੀਆਂ ਦੋਵੇਂ ਬੈਕ ਕੀਤੀਆਂ ਜਾ ਰਹੀਆਂ ਨੇ। ਤਾਂ ਇਹ ਵੀ ਹੋ ਸਕਦਾ ਕਿ ਇਹ ਦੋਵੇਂ ਗੱਡੀਆਂ ਦੇ ਜਿਹੜੀਆਂ ਉਹ ਕਿਸੇ ਹੋਰ ਡਾਇਰੈਕਸ਼ਨ ਦੇ ਵਿੱਚ ਜਾ ਕੇ ਉੱਥੋਂ ਫਾਇਰ ਕਰਨ। ਤਾਂ ਲਗਾਤਾਰ ਪੁਲਿਸ ਹਰ ਇੱਕ ਜਿਹੜੀ ਰਣਨੀਤੀ ਆ ਉਹ ਅਪਣਾਉਂਦੀ ਹੋਈ ਨਜ਼ਰ ਆ ਰਹੀ ਹੈ। ਪਰ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਕਿ ਇਹ ਜਿਹੜਾ ਐਨਕਾਊਂਟਰ ਹੈ ਉਹ ਇੰਨਾ ਲੰਬਾ ਇਹ ਐਨਕਾਊਂਟਰ ਖਿੱਚਿਆ ਜਾਣਾ, ਯਾਨੀ ਕਿ ਜੇਕਰ ਅਸੀਂ ਜੰਮੂ ਕਸ਼ਮੀਰ ਦੀ ਗੱਲ ਕਰਦੇ ਹਾਂ ਜਾਂ ਹੋਰ ਜਿਹੜੇ ਦੇਸ਼ ਦੇ ਵਿੱਚ ਅੱਤਵਾਦੀ ਹਮਲੇ ਹੁੰਦੇ ਨੇ ਤਾਂ ਉਦੋਂ ਇਹ ਕਿਹਾ ਜਾਂਦਾ ਕਿ ਜਿਹੜੇ ਅੱਤਵਾਦੀ ਨੇ ਉਹਨਾਂ ਦੇ ਕੋਲ ਵੱਡੀ ਤਾਦਾਦ ਦੇ ਵਿੱਚ ਅਸਲਾ ਬਾਰੂਦ ਜਿਹੜਾ ਮੌਜੂਦ ਹੈ। ਫਾਇਰਿੰਗ ਇੱਕ ਵਾਰ ਫਿਰ ਸ਼ੁਰੂ ਹੋ ਚੁੱਕੀ, ਫਾਇਰਿੰਗ ਜਿਹੜੀ ਉਸ ਦੀ ਆਵਾਜ਼ ਸੁਣਨ ਦੀ ਕੋਸ਼ਿਸ਼ ਕਰਦੇ।